ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 8 ਮਈ ਹੈ ਤੇ ਦਿਨ ਸ਼ਨੀਵਾਰ ਹੈ। ਅੱਜ ਉਹ ਦਿਨ ਹੈ ਜਿਸ ਦਿਨ ਕਿਸਾਨਾਂ ਨੇ ਕੈਪਟਨ ਦਾ ਲਾਕਡਾਊਨ ਤੋੜਨ ਦੀ ਚੇਤਾਵਨੀ ਦਿੱਤੀ ਹੈ। ਕਿਸਾਨ ਜਥੇਬੰਦੀਆਂ ਦੇ ਵੱਲੋਂ ਲਾਕਡਾਊਨ ਦਾ ਵਿਰੋਧ ਕੀਤਾ ਜਾਵੇਗਾ। ਕਰੋਨਾ ਵਾਇਰਸ ਕਿਸਾਨੀ ਸੰਘਰਸ਼ ਖਤਮ ਕਰਵਾਉਣ ਦਾ ਹੱਥਕੰਡਾ ਕਰਾਰ ਦਿੱਤਾ ਹੋਇਆ ਕਿਸਾਨ ਲੀਡਰਾਂ ਨੇ। ਕੈਪਟਨ ਸਰਕਾਰ ਤੇ ਕੇਂਦਰ ਨਾਲ ਮਿਲੇ ਹੋਣ ਦਾ ਦੋਸ਼ ਲਾਇਆ ਤੇ ਦੁਕਾਨਦਾਰਾਂ ਨੂੰ ਦੁਕਾਨਾਂ ਸਾਰਾ ਹਫ਼ਤਾ ਖੋਲ੍ਹਣ ਦਾ ਸੱਦਾ ਦਿੱਤਾ ਹੈ ਕਿਸਾਨਾਂ ਨੇ। ਤੇ ਇਸ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਪੁਲਿਸ ਨੂੰ ਡਟਣ ਦੇ ਲਈ ਕਹਿ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਲਾਕਡਾਊਨ ਵਿਰੋਧੀ ਪ੍ਰਦਰਸ਼ਨ ਦੇ ਖਿਲਾਫ ਸਖਤੀ ਕੀਤੀ ਜਾਵੇ। ਡਿਪਟੀ ਕਮਿਸ਼ਨਰਾਂ ਨੂੰ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਲੋੜ ਪੈਣ ਤੇ ਕੋਈ ਵੀ ਨਵੀਆਂ ਤੇ ਸਖਤ ਰੋਕਾਂ ਲਾਉਣ ਦੇ ਹੱਕ ਵੀ ਦੇ ਦਿੱਤੇ ਨੇ। ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਗੈਰ ਜ਼ਰੂਰੀ ਦੁਕਾਨਾਂ ਤੇ ਪ੍ਰਾਈਵੇਟ ਦਫ਼ਤਰਾਂ ਨੂੰ ਵਾਰੋ-ਵਾਰੀ ਯਾਨੀ ਕਿ ਰੋਟੇਸ਼ਨ ਦੇ ਆਧਾਰ ਤੇ ਖੋਲ੍ਹੇ ਜਾਣ ਨੂੰ ਛੱਡ ਕੇ ਮੌਜੂਦਾ ਰੋਕਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਵਰਤਣ ਦੀ ਇਜਾਜ਼ਤ ਡੀਸੀਸ ਨੂੰ ਨਹੀਂ ਦਿੱਤੀ ਜਾਵੇਗੀ। ਕੱਲ ਯਾਨੀ ਕਿ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਹਫ਼ਤਾਵਾਰੀ ਲਾਕਡਾਊਨ ਸ਼ੁਰੂ ਹੋ ਚੁੱਕਿਆ ਤੇ ਮੁੱਖ ਮੰਤਰੀ ਕੈਪਟਨ ਨੇ ਕਹਿ ਦਿੱਤਾ ਕਿ ਹਫ਼ਤਾਵਾਰੀ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇ। ਕਿਸਾਨ ਸੰਘਰਸ਼ ਮੋਰਚੇ ਦੇ ਲਾਕਡਾਊਨ ਵਿਰੋਧੀ ਪ੍ਰਦਰਸ਼ਨ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਹੋਣ ਤੇ ਸਖਤੀ ਨਾਲ ਨਿਪਟਣ ਦੇ ਹੁਕਮ ਦਿੱਤੇ ਨੇ। ਕੈਪਟਨ ਨੇ ਕਿਹਾ ਕਿ 32 ਕਿਸਾਨ ਯੂਨੀਅਨਾਂ ਦੇ ਲੀਡਰ ਸਰਕਾਰ ਨੂੰ ਨਿਯਮ ਨਹੀਂ ਸਿਖਾ ਸਕਦੇ। ਤੇ ਕਿਸਾਨਾਂ ਦੀ ਚੇਤਾਵਨੀ ਦੇ ਦਰਮਿਆਨ ਕੈਪਟਨ ਨੇ ਦੁਕਾਨਦਾਰਾਂ ਨੂੰ ਵੀ ਥੋੜਾ ਚੌਕਸ ਕਰ ਦਿੱਤਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਦੁਕਾਨਦਾਰਾਂ ਨੂੰ ਕਿ ਜੇਕਰ ਰੋਕਾਂ ਦੀ ਉਲੰਘਣਾ ਕਰਕੇ ਕੋਈ ਵੀ ਦੁਕਾਨ ਖੋਲ੍ਹੇਗੀ ਤਾਂ ਦੁਕਾਨ ਮਾਲਕ ਦੇ ਉੱਤੇ ਕਾਨੂੰਨੀ ਕਾਰਵਾਈ ਹੋਏਗੀ। ਕੈਪਟਨ ਨੇ ਪੰਜਾਬ ਦੇ ਲੋਕਾਂ ਨੂੰ ਇਹ ਵੀ ਛੋਟ ਦਿੱਤੀ ਹੈ ਕਿ ਜਿਹੜੇ ਸੂਬੇ ਦੀਆਂ ਸੜਕਾਂ ਨੇ ਉਹਨਾਂ ਤੇ ਬਿਨਾਂ ਕਿਸੇ ਰੋਕ-ਟੋਕ ਤੇ ਲੋਕ ਆ ਜਾ ਸਕਦੇ ਨੇ। ਡਿਪਟੀ ਕਮਿਸ਼ਨਰ ਅੰਤਰਰਾਜੀ ਆਵਾਜਾਈ ਬਾਰੇ ਕੋਈ ਬੰਦਿਸ਼ ਨਹੀਂ ਲਾ ਸਕਦੇ। ਉਹਨਾਂ ਕਿਹਾ ਕਿ ਜੇਕਰ ਕੋਈ ਨਵੀਆਂ ਰੋਕਾਂ ਜਾਂ ਰੋਟੇਸ਼ਨ ਦੇ ਆਧਾਰ ਤੇ ਦੁਕਾਨਾਂ ਖੋਲ੍ਹਣੀਆਂ ਨੇ ਤਾਂ ਇਸ ਉੱਪਰ ਅਮਲ ਹੈ ਜਿਹੜਾ ਉਹ ਸੋਮਵਾਰ ਤੋਂ ਹੀ ਤੁਸੀਂ ਸ਼ੁਰੂ ਕਰ ਸਕਦੇ ਹੋ। ਕੈਪਟਨ ਨੇ ਇਹ ਵੀ ਹੁਕਮ ਦਿੱਤੇ ਨੇ ਕਿ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਨਾ ਰੋਕਿਆ ਜਾਵੇ। ਕੈਪਟਨ ਨੇ ਇਸ ਸੰਬੰਧੀ ਕੈਬਨਿਟ ਮੰਤਰੀਆਂ ਬਲਵੀਰ ਸਿੰਘ ਸਿੱਧੂ ਅਤੇ ਓਪੀ ਸੋਨੀ ਨੂੰ ਵੀ ਹੁਕਮ ਦਿੱਤੇ ਨੇ ਕਿ ਇਸ ਹਸਪਤਾਲ ਦੇ ਵਿੱਚ ਕੈਂਸਰ ਮਰੀਜ਼ਾਂ ਦੀ ਕੀਮੋਥੈਰੇਪੀ ਲਗਾਤਾਰ ਚੱਲਦੀ ਰਹੇ, ਇਹ ਯਕੀਨੀ ਬਣਾਇਆ ਜਾਵੇ। ਪੰਜਾਬ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਪਰਸੋਂ ਯਾਨੀ ਕਿ ਸੋਮਵਾਰ ਤੋਂ ਸ਼ੁਰੂ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਹਸਪਤਾਲਾਂ ਨੂੰ ਤਿਆਰੀਆਂ ਕਰਨ ਦੇ ਹੁਕਮ ਦੇ ਦਿੱਤੇ ਨੇ। ਕਿਹਾ ਕਿ 1 ਲੱਖ ਖੁਰਾਕਾਂ ਜਲਦੀ ਮਿਲ ਜਾਣਗੀਆਂ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਵਿੱਚ ਟੀਕਾ ਖਤਮ ਹੋ ਚੁੱਕਿਆ ਤੇ ਆਕਸੀਜਨ ਖਤਮ ਹੋਣ ਦੀ ਕਗਾਰ ਦੇ ਉੱਤੇ ਹੈ। ਟੀਕੇ ਬਾਰੇ ਤਾਂ ਬਲਬੀਰ ਸਿੰਘ ਸਿੱਧੂ ਨੇ ਕਿਹਾ ਸੀ ਕਿ ਸ਼ੁੱਕਰਵਾਰ ਨੂੰ ਟੀਕਾ ਸਾਰਾ ਖਤਮ ਹੋ ਜਾਏਗਾ ਜੇ ਕੇਂਦਰ ਸਰਕਾਰ ਨੇ ਹੋਰ ਟੀਕਾ ਨਾ ਭੇਜਿਆ। ਉਹਨਾਂ ਕਿਹਾ ਕਿ ਸਾਰੇ ਟੀਕਾਕਰਨ ਕੇਂਦਰ ਬੰਦ ਹੋ ਜਾਣਗੇ। ਹਾਲਾਂਕਿ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 75,000 ਟੀਕਾ ਜਲਦੀ ਹੀ ਪਹੁੰਚ ਸਕਦਾ ਹੈ ਜਾਂ ਤਾਂ ਸ਼ੁੱਕਰਵਾਰ ਸ਼ਾਮ ਤੱਕ ਜਾਂ ਫਿਰ ਸ਼ਨੀਵਾਰ ਸਵੇਰ ਤੱਕ। ਸੋ ਹਾਲੇ ਇਸ ਦੀ ਜਾਣਕਾਰੀ ਮਿਲਣੀ ਬਾਕੀ ਹੈ ਕਿ ਟੀਕਾ ਪਹੁੰਚ ਚੁੱਕਿਆ ਹੈ ਜਾਂ ਫਿਰ ਨਹੀਂ। ਆਕਸੀਜਨ ਦੀ ਸਪਲਾਈ ਬਾਰੇ ਵੀ ਬਲਵੀਰ ਸਿੰਘ ਸਿੱਧੂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਕਸੀਜਨ ਵੀ ਉਹ ਦਿਨ ਦੂਰ ਨਹੀਂ ਜਦੋਂ ਜਲਦੀ ਹੀ ਸੂਬੇ ਦੇ ਵਿੱਚ ਖਤਮ ਹੋ ਜਾਏਗੀ। ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਕੇਂਦਰ ਸਰਕਾਰ ਦੇ ਖਿਲਾਫ ਸੂਬਿਆਂ ਨੂੰ ਇੰਜ ਹੀ ਛੱਡ ਦਿੱਤੇ ਜਾਣ ਦੇ ਇਲਜ਼ਾਮ ਲਾਏ ਨੇ। ਸੋਢੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸੂਬਿਆਂ ਤੇ ਲੋਕਾਂ ਨੂੰ ਉਹਨਾਂ ਦੀ ਕਿਸਮਤ ਦੇ ਸਹਾਰੇ ਛੱਡ ਦਿੱਤਾ ਹੈ, ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ। ਅਮਰੀਕਾ ਦੇ ਸਿਹਤ ਮਾਹਿਰ ਭਾਰਤ ਨੂੰ ਫਿਰ ਸੁਨੇਹਾ ਭੇਜ ਰਹੇ ਨੇ ਕਿ ਸਖਤ ਲਾਕਡਾਊਨ ਲਾ ਦਿੱਤਾ ਜਾਵੇ ਕੁਝ ਦਿਨਾਂ ਦੇ ਲਈ, ਕੁਝ ਹਫ਼ਤਿਆਂ ਦੇ ਲਈ, ਤਾਂ ਕਿ ਸਥਿਤੀ ਕੰਟਰੋਲ ਦੇ ਵਿੱਚ ਹੋ ਸਕੇ। ਸੁਪਰੀਮ ਕੋਰਟ ਨੇ ਮੋਦੀ ਸਰਕਾਰ ਨੂੰ ਸਖਤੀ ਦੇ ਨਾਲ ਝਾੜ ਪਾਈ ਹੈ ਕਿ ਦਿੱਲੀ ਨੂੰ ਆਕਸੀਜਨ ਸਪਲਾਈ ਰੋਜ਼ਾਨਾ ਕਰੋ 700 ਮੀਟ੍ਰਿਕ ਟਨ, ਨਹੀਂ ਤਾਂ ਸਾਨੂੰ ਸਖਤੀ ਲਈ ਤੁਸੀਂ ਮਜਬੂਰ ਨਾ ਕਰੋ। ਅਗਲੇ ਹੁਕਮਾਂ ਤੱਕ ਰੋਜ਼ਾਨਾ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਜਾਰੀ ਰੱਖਣ ਦੀ ਹਦਾਇਤ ਦੇ ਦਿੱਤੀ ਹੈ। ਕਰਨਾਟਕ ਹਾਈ ਕੋਰਟ ਦੇ ਹੁਕਮਾਂ ਵਿੱਚ ਦਖਲ ਤੋਂ ਸੁਪਰੀਮ ਕੋਰਟ ਨੇ ਨਾ ਕਰ ਦਿੱਤੀ ਹੈ ਕਿ ਜੱਜ ਵੀ ਇਨਸਾਨ ਨੇ, ਉਹਨਾਂ ਨੂੰ ਵੀ ਲੋਕਾਂ ਦਾ ਦੁੱਖ ਤਕਲੀਫ ਨਜ਼ਰ ਆਉਂਦਾ ਹੈ। ਹਾਈ ਕੋਰਟਾਂ ਅੱਖਾਂ ਬੰਦ ਨਹੀਂ ਕਰ ਸਕਦੀਆਂ। ਕਰਨਾਟਕ ਦੇ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਨਹੀਂ ਛੱਡਿਆ ਜਾ ਸਕਦਾ। ਆਸਟ੍ਰੇਲੀਆ ਨੇ ਭਾਰਤ ਤੋਂ ਪਰਤਣ ਵਾਲੇ ਆਪਣੇ ਨਾਗਰਿਕਾਂ ਤੇ ਪਾਬੰਦੀ ਹਟਾਉਣ ਦਾ ਐਲਾਨ ਕਰ ਦਿੱਤਾ ਹੈ। 15 ਮਈ ਨੂੰ ਭਾਰਤ ਤੋਂ ਉਡਾਣ ਡਾਰਵਿਨ ਪਹੁੰਚੇਗੀ। 31 ਮਈ ਤੱਕ 3 ਚਾਰਟਰ ਉਡਾਣਾਂ ਆਸਟ੍ਰੇਲੀਆ ਦੇ ਨਾਗਰਿਕਾਂ ਨੂੰ ਭਾਰਤ ਤੋਂ ਲੈ ਕੇ ਆਸਟ੍ਰੇਲੀਆ ਜਾਣਗੀਆਂ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਕੈਪਟਨ ਸਰਕਾਰ ਨੇ ਨਵੀਂ ਟੀਮ ਦਾ ਗਠਨ ਕਰ ਦਿੱਤਾ ਹੈ। 3 ਮੈਂਬਰੀ ਟੀਮ ਬਣਾਈ ਗਈ ਹੈ ਜਿਹੜੀ ਕਿ ਮੈਜਿਸਟ੍ਰੇਟ ਨੂੰ ਹੀ ਆਪਣੀ ਰਿਪੋਰਟ ਸੌਂਪੇਗੀ।
ਮੈਂਬਰਾਂ ਨੂੰ ਸਖਤੀ ਦੇ ਨਾਲ ਜਾਂਚ ਬਾਰੇ ਮੀਡੀਆ ਨਾਲ ਗੱਲਬਾਤ ਨਾ ਕਰਨ ਦੀ ਹਦਾਇਤ ਦੇ ਦਿੱਤੀ ਗਈ ਹੈ ਤੇ ਕਿਹਾ ਗਿਆ ਕਿ ਸੰਬੰਧਿਤ ਅਧਿਕਾਰੀ ਨੂੰ ਹੀ ਤੁਸੀਂ ਰਿਪੋਰਟ ਕਰਨਾ ਹੈ। 6 ਮਹੀਨੇ ਦਿੱਤੇ ਗਏ ਨੇ ਸਿੱਟ ਨੂੰ ਜਾਂਚ ਕਰਨ ਦੇ ਲਈ। ਸੋ ਆਖਿਰਕਾਰ ਇਹ ਸਾਬਿਤ ਹੋ ਹੀ ਗਿਆ ਕਿ 6 ਸਾਲ ਇਸ ਜਾਂਚ ਦਾ ਕੁਝ ਵੀ ਨਹੀਂ ਨਿਕਲਿਆ। 2015 ਦੇ ਵਿੱਚ ਬਰਗਾੜੀ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਵਾਪਰੇ ਸੀ, ਪਰ ਇੰਨੇ ਸਾਲਾਂ ਬਾਅਦ ਵੀ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲ ਸਕਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਤੇ ਉਸ ਤੋਂ ਬਾਅਦ ਕਤਲ ਕੀਤੇ ਗਏ ਸਿੱਖਾਂ ਦਾ ਹੁਣ 6 ਸਾਲ ਬਾਅਦ ਜਾਂਚ ਫਿਰ ਤੋਂ ਹੋਵੇਗੀ। 6 ਮਹੀਨੇ ਜਾਂਚ ਟੀਮ ਨੂੰ ਦਿੱਤੇ ਗਏ ਨੇ। ਕੈਪਟਨ ਸਰਕਾਰ ਨੇ ਇਸ ਕਾਰਜਕਾਲ ਦੇ ਅੰਦਰ ਹੀ ਇਸ ਜਾਂਚ ਨੂੰ ਮੁਕੰਮਲ ਕਰਨ ਦੀ ਪੂਰੀ ਕੋਸ਼ਿਸ਼ ਤਾਂ ਕੀਤੀ ਹੈ, ਪਰ ਦੇਖਣਾ ਹੋਵੇਗਾ ਕਿ ਸਿੱਖਾਂ ਦਾ ਕਤਲ ਕਰਨ ਵਾਲੇ ਦੋਸ਼ੀ ਪੁਲਿਸ ਅਫਸਰ ਸਾਹਮਣੇ ਕਰ ਸਕੇਗੀ ਇਹ ਜਾਂਚ ਟੀਮ, ਇਹ ਦੇਖਣਾ ਵੀ ਕਾਫੀ ਅਹਿਮ ਰਹੇਗਾ। ਸੁਪਰੀਮ ਕੋਰਟ ਨੇ ਮਹਾਮਾਰੀ ਦੌਰਾਨ ਸੈਂਟਰਲ ਵਿਸਟਾ ਪ੍ਰੋਜੈਕਟ ਦੀਆਂ ਨਿਰਮਾਣ ਗਤੀਵਿਧੀਆਂ ਤੇ ਰੋਕ ਲਾਉਣ ਸੰਬੰਧੀ ਦਾਇਰ ਲੋਕ ਹਿੱਤ ਪਟੀਸ਼ਨ ਤੇ ਸੁਣਵਾਈ ਮੁਲਤਵੀ ਕਰਨ ਬਾਰੇ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ ਉਸ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਯਾਨੀ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਸੈਂਟਰਲ ਵਿਸਟਾ ਖਿਲਾਫ ਦਾਇਰ ਪਟੀਸ਼ਨ ਤੇ ਸੁਣਵਾਈ ਅਸੀਂ ਨਹੀਂ ਰੋਕ ਸਕਦੇ। ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਪਾ ਕੇ ਆਕਸੀਜਨ ਕਿੱਲਤ ਕਰਕੇ ਮਰਨ ਵਾਲੇ ਮਰੀਜ਼ਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ ਨੂੰ ਇਹ ਵੀ ਜਾਣਕਾਰੀ ਦਿੱਤੀ ਹੈ ਕਿ 2 ਲੱਖ ਰੁਪਏ ਤੱਕ ਦੇ ਨਕਦ ਲੈਣ ਦੇਣ ਤੇ ਲੱਗੀ ਸੀਲਿੰਗ ਨੂੰ ਹਸਪਤਾਲਾਂ ਦੇ ਵਿੱਚ ਕੋਵਿਡ-19 ਦੇ ਇਲਾਜ ਦੌਰਾਨ ਛੋਟ ਦੇਣ ਬਾਰੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਜਬਰੀ ਵਸੂਲੀ ਦੇ ਦੋਸ਼ ਵਿੱਚ 3 ਪੰਜਾਬੀ ਗ੍ਰਿਫਤਾਰ ਕੀਤੇ ਗਏ ਨੇ। ਸੋਨੀਆ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਨਾਕਾਮ ਕਰ ਦਿੱਤਾ ਹੈ। ਕੇਂਦਰ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਸੱਦਣ ਦੇ ਲਈ ਕਿਹਾ ਹੈ। ਕਰੋਨਾ ਖਿਲਾਫ ਜੰਗ ਦੇ ਵਿੱਚ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਮੈਨੂੰ ਸਜ਼ਾ ਦੇ ਦਿਓ, ਪਰ ਚੋਣ ਕਮਿਸ਼ਨ ਨੂੰ ਸ਼ੱਕ ਤੋਂ ਮੁਕਤ ਕਰੋ। ਮਦਰਾਸ ਹਾਈ ਕੋਰਟ ਦੇ ਵੱਲੋਂ ਕਮਿਸ਼ਨ ਦੀ ਝਾੜ-ਝੰਬ ਕੀਤੇ ਜਾਣ ਤੋਂ ਬਾਅਦ ਇਹ ਹਲਫਨਾਮਾ ਦਾਖਲ ਕੀਤਾ ਜਾਣਾ ਸੀ। ਚੋਣ ਕਮਿਸ਼ਨਰ ਵੱਲੋਂ ਹਲਫਨਾਮੇ ਦੇ ਵਿੱਚ ਪ੍ਰਤੀਕਿਰਿਆ ਦਿੱਤੀ ਗਈ ਸੀ। ਇਸ ਹਲਫਨਾਮੇ ਨੂੰ ਰਾਜੀਵ ਕੁਮਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤਾ ਜਾਣਾ ਸੀ, ਪਰ ਕੁਝ ਕਾਰਨਾਂ ਕਰਕੇ ਅਜਿਹਾ ਨਹੀਂ ਕੀਤਾ ਗਿਆ। ਹਲਫਨਾਮੇ ਦੇ ਵਿੱਚ ਕੁਮਾਰ ਨੇ ਅਸਤੀਫਾ ਦੇਣ ਤੇ ਸਜ਼ਾ ਭੁਗਤਣ ਲਈ ਤਿਆਰ ਰਹਿਣ ਦੀ ਪੇਸ਼ਕਸ਼ ਕੀਤੀ ਸੀ ਕਿ ਲੋਕਤੰਤਰ ਦੀ ਰੱਖਿਆ ਲਈ ਚੋਣ ਕਮਿਸ਼ਨ ਨੂੰ ਜ਼ਾਹਿਰ ਕੀਤੇ ਗਏ ਸ਼ੱਕਾਂ ਤੋਂ ਮੁਕਤੀ ਦਿਵਾਉਣ ਦੀ ਲੋੜ ਹੈ। ਲੁਧਿਆਣਾ ਦੇ ਸਨਅਤਕਾਰਾਂ ਨੇ ਪੰਜਾਬ ਦੇ ਵਿੱਚ ਮੁਕੰਮਲ ਲਾਕਡਾਊਨ ਦੀ ਮੰਗ ਕੀਤੀ ਹੈ। ਪੰਜਾਬ ਦੇ ਵਿੱਚ ਹੀ ਨਹੀਂ, ਪੂਰੇ ਭਾਰਤ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਮੁਕੰਮਲ ਲਾਕਡਾਊਨ ਲਾ ਦੇਣਾ ਚਾਹੀਦਾ ਹੈ। ਇਸ ਲਈ ਸਨਅਤਕਾਰਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਕੰਮ ਨਾਲੋਂ ਜ਼ਰੂਰੀ ਲੋਕਾਂ ਦੀਆਂ ਜ਼ਿੰਦਗੀਆਂ ਨੇ। ਲੋਕ ਸੜਕਾਂ ਤੇ ਖੁੱਲ੍ਹੇਆਮ ਘੁੰਮ ਫਿਰ ਰਹੇ ਨੇ। ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਨਹੀਂ ਹੈ। ਮਾਸਕ ਨਹੀਂ ਪਹਿਨੇ ਜਾ ਰਹੇ। ਅਜਿਹੇ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਮੁਕੰਮਲ ਲਾਕਡਾਊਨ ਲਾ ਦਿੱਤਾ ਜਾਵੇ। ਜਲੰਧਰ ਤੋਂ ਸਿਹਤ ਪ੍ਰਬੰਧਾਂ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਹੈ। ਇੱਥੇ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਵਿੱਚੋਂ ਆਪਣੇ ਪਤੀ ਦੀ ਲਾਸ਼ ਲੈਣ ਦੇ ਲਈ ਪਤਨੀ ਪਿਛਲੇ 3 ਦਿਨਾਂ ਤੋਂ ਦਰ-ਦਰ ਧੱਕੇ ਖਾ ਰਹੀ ਹੈ। ਹਸਪਤਾਲ ਦੇ ਮੁਲਾਜ਼ਮ ਕਦੇ ਪੀਪੀ ਕਿੱਟ, ਕਦੇ ਮੁਰਦਾ ਘਰ ਦੀ ਪਰਚੀ ਲਿਆਉਣ ਲਈ ਕਹਿ ਰਹੇ ਨੇ ਤੇ ਆਪਣੇ ਪਤੀ ਦੀ ਲਾਸ਼ ਲੈਣ ਦੇ ਵਿੱਚ ਬੇਬਸ ਪੀੜਤ ਮਹਿਲਾ ਸੜਕਾਂ ਦੇ ਉੱਤੇ ਧੱਕੇ ਖਾ ਰਹੀ ਹੈ। ਕਿਹਾ ਹਸਪਤਾਲ ਸਟਾਫ ਨੇ ਬਦਸਲੂਕੀ ਵੀ ਕੀਤੀ ਹੈ ਉਸ ਦੀ ਧੀ ਦੇ ਨਾਲ। ਸੁਮਨ ਨੇ ਦੱਸਿਆ ਕਿ ਉਸਦੇ ਪਤੀ ਜਤਿੰਦਰ ਸਿੰਘ ਨੂੰ 5 ਮਈ ਨੂੰ ਹਲਕਾ ਬੁਖਾਰ ਹੋਇਆ ਸੀ, ਜਿਸ ਤੋਂ ਬਾਅਦ ਉਹ ਸਿਵਲ ਹਸਪਤਾਲ ਆਪਣੇ ਪਤੀ ਨੂੰ ਲੈ ਕੇ ਗਈ, ਪਰ ਡਾਕਟਰਾਂ ਨੇ ਉਸਦੀ ਕੋਈ ਸਾਰ ਨਹੀਂ ਲਈ। ਇਲਾਜ ਦੀ ਉਡੀਕ ਵਿੱਚ ਜਤਿੰਦਰ ਨੇ ਉੱਥੇ ਹੀ ਦਮ ਤੋੜ ਦਿੱਤਾ ਤੇ ਹੁਣ 3 ਦਿਨ ਉਸਦੇ ਪਤੀ ਦੀ ਮੌਤ ਨੂੰ ਹੋ ਗਏ ਨੇ, ਪਰ ਹਸਪਤਾਲ ਪ੍ਰਸ਼ਾਸਨ ਉਸ ਨੂੰ ਲਾਸ਼ ਨਹੀਂ ਦੇ ਰਿਹਾ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸੜਕ ਤੇ ਸਮਾਨ ਵੇਚਣ ਵਾਲੇ ਵੰਸ਼ ਸਿੰਘ ਨਾਂ ਦੇ ਇੱਕ 10 ਸਾਲਾ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਦੇ ਪਰਿਵਾਰ ਲਈ ਤੁਰੰਤ 2 ਲੱਖ ਰੁਪਏ ਦੀ ਸਹਾਇਤਾ ਦੇਣ ਦੇ ਨਾਲ ਬੱਚੇ ਦੀ ਪੜ੍ਹਾਈ ਲਈ ਮੁਕੰਮਲ ਵਿੱਤੀ ਸਹਿਯੋਗ ਦਾ ਐਲਾਨ ਕੀਤਾ ਹੈ। ਦਿੱਲੀ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੀ ਆਕਸੀਜਨ ਸਿਲੰਡਰ ਭਰਵਾਉਣ ਦੇ ਲਈ ਪੋਰਟਲ ਲਾਂਚ ਕਰ ਦਿੱਤਾ ਹੈ। ਪੀੜਤਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਆਕਸੀਜਨ ਸਿਲੰਡਰ ਭਰਵਾਉਣ ਦੀ ਸਹੂਲਤ ਮਿਲੇਗੀ। ਹਰਿਆਣਾ ਦੇ ਲੋਕ ਇਸ ਸਹੂਲਤ ਦਾ ਲਾਭ ਲੈਣ ਦੇ ਲਈ oxygenhry.in ਦੇ ਉੱਤੇ ਆਨਲਾਈਨ ਅਪਲਾਈ ਕਰ ਸਕਦੇ ਨੇ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰੋਨਾ ਕਰਕੇ ਸ਼੍ਰੋਮਣੀ ਕਮੇਟੀ ਦਫ਼ਤਰਾਂ ਦੇ ਵਿੱਚ ਹੁਣ ਅੱਧੇ ਮੁਲਾਜ਼ਮ ਹੀ ਕੰਮ ਕਰਨਗੇ। ਅੰਮ੍ਰਿਤਸਰ ਦੇ ਵਿੱਚ ਪਿੰਗਲਵਾੜਾ ਸੰਸਥਾ ਨੇ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਵਾਰਡ ਸਥਾਪਿਤ ਕੀਤਾ ਹੈ। ਸੰਸਕਾਰ ਲਈ ਲਾਸ਼ਾਂ ਲਿਜਾਣ ਵਾਸਤੇ ਐਂਬੂਲੈਂਸ ਸਹੂਲਤ ਦਾ ਵੀ ਐਲਾਨ ਕੀਤਾ ਹੈ। ਅੰਮ੍ਰਿਤਸਰ ਤੋਂ ਖਬਰ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਮਾਨ ਦਲ ਦੇ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਨਹੀਂ ਹੋ ਸਕੀ। ਕੱਲ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ ਹੁਣ ਸੁਣਵਾਈ ਦੀ ਅਗਲੀ ਤਾਰੀਖ 28 ਮਈ ਤੈਅ ਕੀਤੀ ਹੈ। ਪੈਨਲ ਪੂਰਾ ਨਾ ਹੋਣ ਕਰਕੇ ਪਟੀਸ਼ਨ ਦੀ ਸੁਣਵਾਈ ਨਹੀਂ ਹੋ ਸਕੀ।
ਅੰਮ੍ਰਿਤਸਰ ਦੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਦੀ ਧੀ ਨੂੰ ਸਕੂਲ ਦੀ ਪ੍ਰਿੰਸੀਪਲ ਨਿਯੁਕਤ ਕਰਨ ਦਾ ਮਾਮਲਾ ਭਖ ਗਿਆ ਹੈ। ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚੱਡਾ ਨੇ ਮੌਜੂਦਾ ਪ੍ਰਧਾਨ ਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਨੇ, ਜਦਕਿ ਪ੍ਰਧਾਨ ਨਿਰਮਲ ਸਿੰਘ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਬਠਿੰਡਾ ਦੇ ਵਿੱਚ 2 ਹੋਰ ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਹੈ। ਸਿਵਲ ਹਸਪਤਾਲ ਦੇ 2 ਹੋਰ ਡਾਕਟਰ ਅੱਖਾਂ ਦੇ ਮਾਹਿਰ ਤੇ ਐਮਡੀ ਦੇ ਵੱਲੋਂ ਅਸਤੀਫੇ ਦੇਣ ਕਾਰਨ ਸਿਹਤ ਵਿਭਾਗ ਦੇ ਲਈ ਵੱਡੀ ਸਮੱਸਿਆ ਖੜੀ ਹੋ ਗਈ ਹੈ, ਜਦਕਿ ਮਾਨਸਾ ਦੇ ਇੱਕ ਐਸਐਮਓ ਨੇ ਜੋ ਅਸਤੀਫਾ ਦਿੱਤਾ ਸੀ ਉਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਪੀਲ ਤੋਂ ਬਾਅਦ ਉਹਨਾਂ ਨੇ ਵਾਪਸ ਲੈ ਲਿਆ। ਸਿੰਘੂ ਬਾਰਡਰ ਤੇ ਮੋਰਚਿਆਂ ਵਿੱਚ ਪਰਤੇ ਨੌਜਵਾਨਾਂ ਨੇ ਮਾਰਚ ਕੱਢਿਆ। ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਹਾੜੀ ਦੀ ਫਸਲ ਨਿਪਟਾਉਣ ਤੋਂ ਬਾਅਦ ਹੁਣ ਕਿਸਾਨ ਮੁੜ ਤੋਂ ਬਾਰਡਰਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਨੇ। 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਨੂੰ ਟੀਕੇ ਲਾਉਣ ਬਾਰੇ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਪੇਪਰ ਦੇਣ ਵਾਲੇ ਵਿਦਿਆਰਥੀਆਂ ਦੀ ਵੈਕਸੀਨੇਸ਼ਨ ਜ਼ਰੂਰ ਕੀਤੀ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਾਬਕਾ ਸਿੱਖ ਫੌਜੀ ਅਫਸਰ ਦੀ ਹਿਰਾਸਤ ਵਿੱਚ ਕੁੱਟਮਾਰ, ਗੈਰ ਕੁਦਰਤੀ ਅਪਰਾਧਾਂ ਤੇ ਧਰਮ ਦੇ ਅਪਮਾਨ ਖਿਲਾਫ ਯੂਪੀ ਪੁਲਿਸ ਤੇ ਪੀਲੀਭੀਤ ਪ੍ਰਸ਼ਾਸਨ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਡੀਐਸਡੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਇਹ ਘਟਨਾ 3 ਮਈ ਨੂੰ ਵਾਪਰੀ ਸੀ, ਜਦੋਂ ਸਾਬਕਾ ਫੌਜੀ ਅਫਸਰ ਰੇਸ਼ਮ ਸਿੰਘ ਆਪਣੀ ਮਾਤਾ ਤੇ 2 ਭੈਣਾਂ ਨਾਲ ਆਪਣੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਯੂਪੀ ਦੇ ਪੀਲੀਭੀਤ ਤੋਂ ਲਖੀਮਪੁਰ ਖੇੜੀ ਜਾ ਰਿਹਾ ਸੀ। ਰਾਹ ਵਿੱਚ ਪੁਲਿਸ ਨੇ ਉਸ ਨੂੰ ਨਾਕੇ ਤੇ ਰੋਕਿਆ। ਜਦੋਂ ਆਪਣੀ ਆਲਟੋ ਕਾਰ ਦੇ ਪੇਪਰ ਕੱਢ ਰਿਹਾ ਸੀ, ਪੁਲਿਸ ਅਧਿਕਾਰੀ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਕੋਤਵਾਲੀ ਦੇ ਥਾਣੇਦਾਰਾਂ ਨੇ ਸਾਬਕਾ ਪੁਲਿਸ ਅਫਸਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਥਾਣੇ ਲਿਜਾਇਆ ਗਿਆ, ਤਸ਼ੱਦਦ ਢਾਇਆ ਗਿਆ। ਸਿੱਖ ਕੌਮ ਦੀ ਧਾਰਮਿਕ ਭਾਵਨਾ ਦਾ ਅਪਮਾਨ ਕੀਤਾ ਪੁਲਿਸ ਨੇ ਅਤੇ ਧਰਮ ਦਾ ਵੀ ਨਿਰਾਦਰ ਕੀਤਾ। ਡੀਐਸਡੀਐਮਸੀ ਨੇ ਦੋਸ਼ੀ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਦੇ ਵਿੱਚ ਵੀ ਅੱਜ ਤੋਂ ਵੀਕਐਂਡ ਲਾਕਡਾਊਨ ਸ਼ੁਰੂ ਹੈ। ਲਾਕਡਾਊਨ ਦੌਰਾਨ ਦਫਾ 144 ਲਾ ਦਿੱਤੀ ਗਈ ਹੈ। 4 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਾ ਦਿੱਤੀ ਗਈ ਹੈ। ਹਾਲਾਂਕਿ ਕੁਝ ਹੋਰ ਰਾਤਾਂ ਦਾ ਐਲਾਨ ਵੀ ਕੀਤਾ ਗਿਆ ਹੈ। ਮੋਹਾਲੀ ਜ਼ਿਲ੍ਹੇ ਦੇ ਡੀਸੀ ਨੇ ਸ਼ਹਿਰ ਦੇ ਵਿੱਚ ਪੜਾਅਵਾਰ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਦਾਰ ਦੁਕਾਨਾਂ ਖੋਲ੍ਹ ਸਕਦੇ ਨੇ, ਪਰ ਇਹਦੇ ਵਿੱਚ ਨਿਯਮ ਲਾਗੂ ਕੀਤਾ ਗਿਆ ਹੈ ਈਵਨ ਤੇ ਔਡ, ਯਾਨੀ ਕਿ ਜਿਸਤ ਦੁਕਾਨਾਂ 10-12 ਮਈ ਨੂੰ ਖੁੱਲਣਗੀਆਂ ਤੇ ਟਾਂਕ ਔਡ ਦੁਕਾਨਾਂ 11 ਤੇ 13 ਮਈ ਨੂੰ ਖੁੱਲਣਗੀਆਂ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਾਂਗੇ। ਦੱਸ ਦਈਏ ਤੁਹਾਨੂੰ ਕਿ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦਾ ਟੀਕਾ ਤੇ ਆਕਸੀਜਨ ਖਤਮ ਹੋਣ ਦੀ ਕਗਾਰ ਤੇ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ 18 ਤੋਂ 45 ਸਾਲ ਤੱਕ ਦਾ ਜਿਹੜਾ ਟੀਕਾਕਰਨ 1 ਮਈ ਨੂੰ ਸ਼ੁਰੂ ਹੋਣਾ ਸੀ, ਉਹ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ ਅਤੇ ਅਸੀਂ ਸੀਰਮ ਇੰਸਟੀਚਿਊਟ ਆਫ ਇੰਡੀਆ ਤੋਂ 4,30,000 ਟੀਕੇ ਮੰਗੇ ਨੇ, ਪਰ ਸਾਨੂੰ ਲੱਗਦਾ ਹੈ ਕਿ 1 ਲੱਖ ਟੀਕਾ ਹੀ ਆਉਣ ਦੀ ਉਮੀਦ ਹੈ। ਇਸ ਦੇ ਨਾਲ ਹੀ 75,000 ਟੀਕੇ ਨੇ ਜਿਹੜੇ ਉਹ ਕੇਂਦਰ ਸਰਕਾਰ ਵੱਲੋਂ ਕਿਸੇ ਵੇਲੇ ਵੀ ਪਹੁੰਚ ਸਕਦੇ ਨੇ। ਜੇ ਇਹ ਨਹੀਂ ਪਹੁੰਚਦੇ ਤਾਂ 7 ਮਈ ਦੀ ਸ਼ਾਮ ਤੱਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਸਾਰੇ ਵੈਕਸੀਨੇਸ਼ਨ ਕੇਂਦਰ ਬੰਦ ਹੋ ਜਾਣਗੇ। ਐਡਵੋਕੇਟ ਜਨਰਲ ਅਤੁਲ ਨੰਦਾ ਵੀ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਏ, ਜਿੱਥੇ ਉਹਨਾਂ ਨੇ ਜਾਣਕਾਰੀ ਦਿੱਤੀ, ਖੁਲਾਸਾ ਕੀਤਾ ਕਿ ਪੰਜਾਬ ਦੇ ਕੋਲ 18 ਤੋਂ 45 ਸਾਲ ਵਰਗ ਲਈ ਇੱਕ ਵੀ ਕੋਵਿਡ-19 ਦਾ ਟੀਕਾ ਨਹੀਂ ਹੈ। ਉਹਨਾਂ ਦੱਸਿਆ ਕਿ ਸਾਨੂੰ ਇਸ ਟੀਕੇ ਦੀਆਂ 2 ਕਰੋੜ 64 ਲੱਖ ਖੁਰਾਕਾਂ ਦੀ ਲੋੜ ਹੈ, ਪਰ ਇਸ ਵੇਲੇ ਇੱਕ ਵੀ ਖੁਰਾਕ ਪੰਜਾਬ ਦੇ ਵਿੱਚ ਨਹੀਂ ਹੈ। ਨੰਦਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਅਸੀਂ ਟੀਕਾ ਬਣਾਉਣ ਵਾਲੀ ਕੰਪਨੀ ਸਿਰਮ ਤੇ ਭਾਰਤ ਬਾਇਓਟੈਕ ਨੂੰ ਚਿੱਠੀ ਲਿਖੀ ਸੀ, ਟੀਕਾ ਭੇਜ ਦਿਓ, ਪਰ ਉਹਨਾਂ ਤੋਂ ਹਾਲੇ ਤੱਕ ਟੀਕੇ ਨਹੀਂ ਮਿਲੇ ਨੇ। ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਕੇਂਦਰ ਤੇ ਦਬਾਅ ਪਾਓ ਕਿ ਆਕਸੀਜਨ ਦੇ ਹੋਰ ਟੈਂਕਰ ਮਿਲਣ, ਵੈਕਸੀਨ ਤੇ ਦਵਾਈਆਂ ਇਹ ਪੰਜਾਬ ਨੂੰ ਹੋਰ ਮਾਤਰਾ ਦੇ ਵਿੱਚ ਮਿਲਣੀਆਂ ਚਾਹੀਦੀਆਂ ਨੇ। ਇਸ ਦੇ ਲਈ ਕਾਂਗਰਸ ਦੇ ਸੰਸਦ ਮੈਂਬਰ ਦਿੱਲੀ ਜਾ ਕੇ ਕੇਂਦਰ ਸਰਕਾਰ ਤੇ ਦਬਾਅ ਪਾਉਣ। ਉਹਨਾਂ ਕਿਹਾ ਕਿ ਜ਼ਰੂਰੀ ਸਪਲਾਈ ਮਿਲਣ ਦੇ ਵਿੱਚ ਕੇਂਦਰ ਦੇ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ। ਹਰਿਆਣਾ ਨੂੰ ਵੱਧ ਸਪਲਾਈ ਮਿਲ ਰਹੀ ਹੈ, ਪੰਜਾਬ ਨੂੰ ਘੱਟ ਸਪਲਾਈ ਮਿਲ ਰਹੀ ਹੈ। ਸੰਸਦ ਮੈਂਬਰਾਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨੂੰ ਮੰਨਦਿਆਂ ਹੋਇਆ ਕਿਹਾ ਕਿ ਅਸੀਂ ਜਿਹੜਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਆਕਸੀਜਨ ਉਤਪਾਦਨ ਪਲਾਂਟ ਸਥਾਪਿਤ ਕਰਨ ਲਈ ਐਮਪੀ ਲੈਡ ਫੰਡ ਦੀ ਵਰਤੋਂ ਕਰਾਂਗੇ। ਇਹ ਵਾਅਦਾ ਉਹਨਾਂ ਨੇ ਕੀਤਾ ਹੈ। ਸੋ ਹੁਣ ਪੰਜਾਬ ਦੇ ਸੰਸਦ ਮੈਂਬਰ ਨੇ ਜਿਹੜੇ ਉਹ ਮੋਦੀ ਸਰਕਾਰ ਤੇ ਦਬਾਅ ਬਣਾਉਣਗੇ ਤਾਂ ਦੇਖਣਾ ਹੋਏਗਾ ਕਿ ਪੰਜਾਬ ਨੂੰ ਉਹਦੇ ਹਿੱਸੇ ਦਾ ਜਾਂ ਪੰਜਾਬ ਦੀ ਲੋੜ ਦਾ ਸਮਾਨ ਮਿਲਦਾ ਹੈ ਜਾਂ ਫਿਰ ਨਹੀਂ ਮਿਲਦਾ। ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਆਕਸੀਜਨ ਦੀ ਸਪਲਾਈ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਨੂੰ ਸਖਤ ਰੁਖ ਅਪਣਾਉਣ ਦੇ ਲਈ ਮਜਬੂਰ ਨਾ ਕਰੋ।
ਸੁਣਵਾਈ ਦੌਰਾਨ ਜਸਟਿਸ ਚੰਦਰਚੂੜ ਅਤੇ MR ਸ਼ਾਹ ਨੇ ਕਿਹਾ ਕਿ ਦਿੱਲੀ ਦੇ ਵਿੱਚ ਇੱਕ ਦਿਨ 700 MT ਆਕਸੀਜਨ ਦੀ ਸਪਲਾਈ ਨਹੀਂ ਬਲਕਿ ਹਰ ਦਿਨ ਇੰਨੀ ਸਪਲਾਈ ਦੀ ਹੀ ਲੋੜ ਹੈ ਤੇ ਇਸ ਨੂੰ ਲੈ ਕੇ ਅਸੀਂ ਬਹੁਤ ਗੰਭੀਰ ਹਾਂ। ਦਿੱਲੀ ਵਿੱਚ ਆਕਸੀਜਨ ਦੀ ਵੰਡ ਅਤੇ ਸਪਲਾਈ ਦੇ ਲਈ ਕੇਂਦਰ ਦੀ ਜਿਹੜੀ ਯੋਜਨਾ ਹੈ ਉਸ ਦੀ ਜਦੋਂ ਜਾਣਕਾਰੀ ਦਿੱਤੀ ਤਾਂ ਉਸ ਤੋਂ ਬਾਅਦ ਕੋਰਟ ਨੇ ਇਹ ਟਿੱਪਣੀ ਕੀਤੀ। ਕੇਂਦਰ ਦੇ ਵੱਲੋਂ ਜਿਹੜੇ ਪੇਸ਼ ਹੋਏ ਸੀ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਉਹਨਾਂ ਨੇ ਜਾਣਕਾਰੀ ਦਿੱਤੀ ਤਾਂ ਫਿਰ ਜਸਟਿਸ ਚੰਦਰਚੂੜ ਨੇ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਤੁਸੀਂ 700 MT ਤੋਂ ਸ਼ੁਰੂਆਤ ਕਰ ਦਿਓ ਤੇ ਫਿਰ ਜਿਵੇਂ ਹੀ ਤੁਸੀਂ ਅੱਗੇ ਵਧਦੇ ਹੋ ਤਾਂ ਕੰਟੇਨਰ ਆਉਣ ਦੀ ਗੱਲ ਕਰਦੇ ਹੋ। ਅਸੀਂ ਕੰਟੇਨਰ ਡਰਾਈਵਰ ਨਹੀਂ ਆ, ਅਸੀਂ ਰੋਜ਼ 700 ਮੀਟ੍ਰਿਕ ਟਨ ਜਿਹੜੀ ਆਕਸੀਜਨ ਹੈ ਦਿੱਲੀ ਦੇ ਲਈ ਚਾਹੁੰਦੇ ਹਾਂ। ਇਸ ਨੂੰ ਲੈ ਕੇ ਅਸੀਂ ਬੇਹੱਦ ਗੰਭੀਰ ਹਾਂ। ਸਾਡਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਇੱਕ ਦਿਨ 700 ਮੀਟ੍ਰਿਕ ਟਨ ਸਪਲਾਈ ਕਰ ਦਿਓ, ਸਾਡਾ ਮਤਲਬ ਹੈ ਤੁਸੀਂ ਹਰ ਦਿਨ ਇਹ ਸਪਲਾਈ ਕਰੋ। ਕਿਰਪਾ ਕਰਕੇ ਉਹ ਹਾਲਾਤ ਨਾ ਬਣਾਓ ਕਿ ਸਾਨੂੰ ਕੋਈ ਸਖਤ ਕਾਰਵਾਈ ਤੁਹਾਡੇ ਖਿਲਾਫ ਕਰਨੀ ਪਵੇ। ਚੰਡੀਗੜ੍ਹ ਦੇ ਵਿੱਚ ਸਾਰੇ ਵਿਦਿਅਕ ਅਦਾਰੇ 31 ਮਈ ਤੱਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰੀ ਸਕੂਲਾਂ ਦੇ ਵਿੱਚ 10 ਮਈ ਤੋਂ 8 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਜਨਤਕ ਲਾਇਬ੍ਰੇਰੀਆਂ ਤੇ ਕੋਚਿੰਗ ਸੈਂਟਰ ਵੀ ਬੰਦ ਰਹਿਣਗੇ। ਹਾਲਾਂਕਿ ਆਨਲਾਈਨ ਕੋਚਿੰਗ ਹੈ ਜਿਹੜੀ ਉਹ ਜਾਰੀ ਰਹਿ ਸਕਦੀ ਹੈ। ਕੋਰੋਨਾ ਦੇ ਵਾਧੇ ਕੇਸਾਂ ਦੇ ਮੱਦੇਨਜ਼ਰ UT ਪ੍ਰਸ਼ਾਸਨ ਨੇ ਵੀਕਐਂਡ ਲਾਕਡਾਊਨ ਲਾਉਣ ਦਾ ਵੀ ਐਲਾਨ ਕਰ ਦਿੱਤਾ ਹੈ। ਹਾਲਾਂਕਿ 11 ਮਈ ਤੱਕ ਉਂਝ ਵੀ ਲਾਕਡਾਊਨ ਲੱਗਿਆ ਹੋਇਆ ਪਰ ਇਹ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕਿ ਵੀਕਐਂਡ ਕਰਫਿਊ ਦੇ ਵਿੱਚ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ ਅਤੇ ਇਹ ਸ਼ਨੀਵਾਰ ਸਵੇਰੇ 5 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਸ ਦੌਰਾਨ ਗਰਭਵਤੀ ਔਰਤਾਂ ਜਾਂ ਮਰੀਜ਼ਾਂ ਨੂੰ ਮੈਡੀਕਲ ਸਹੂਲਤਾਂ ਮਿਲਦੀਆਂ ਰਹਿਣਗੀਆਂ। ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ, ਦੁੱਧ, ਬ੍ਰੈਡ, ਸਬਜ਼ੀਆਂ, ਫਲ, ਅੰਡੇ, ਮੀਟ, ਬੇਕਰੀ ਇਹ ਦੁਕਾਨਾਂ ਦੁਪਹਿਰੇ 2 ਵਜੇ ਤੱਕ ਹੋਮ ਡਿਲੀਵਰੀ ਕਰਨ ਲਈ ਹੀ ਖੁੱਲੀਆਂ ਰਹਿਣਗੀਆਂ। ਕੋਈ ਇਹਨਾਂ ਦੁਕਾਨਾਂ ਤੇ ਜਾ ਕੇ ਸੌਦਾ ਨਹੀਂ ਲੈ ਸਕਦਾ। ਸਵੇਰ ਦੀ ਸੈਰ ਹੈ ਜਿਹੜੀ ਸਵੇਰੇ 6 ਵਜੇ ਤੋਂ 9 ਵਜੇ ਤੱਕ ਕੀਤੀ ਜਾ ਸਕੇਗੀ, ਸਵੇਰੇ 6 ਤੋਂ ਸਵੇਰੇ 9 ਵਜੇ ਤੱਕ। ਇਸ ਦੌਰਾਨ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਮੈਨੂਫੈਕਚਰਿੰਗ ਯੂਨਿਟ ਜਾਂ ਇੰਡਸਟਰੀਜ਼ ਖੁੱਲ ਸਕਦੀਆਂ ਨੇ। ਇਹਨਾਂ ਇੰਡਸਟਰੀਆਂ ਦੇ ਕਰਮਚਾਰੀ ਆਪਣੇ ਵਹੀਕਲਾਂ ਤੇ ਆ ਜਾ ਸਕਦੇ ਨੇ। ਉਹਨਾਂ ਕੋਲ ਆਈ ਕਾਰਡ ਹੋਣਾ ਜ਼ਰੂਰੀ ਹੈ, ਪਛਾਣ ਪੱਤਰ ਹੋਣਾ ਲਾਜ਼ਮੀ ਹੈ। ਇੱਕ ਥਾਂ ਤੋਂ ਦੂਸਰੀ ਥਾਂ ਤੇ ਜ਼ਰੂਰੀ ਤੇ ਗੈਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਤੇ ਕੋਈ ਪਾਬੰਦੀ ਨਹੀਂ ਰਹੇਗੀ। ਪ੍ਰਾਈਵੇਟ ਤੇ ਪਬਲਿਕ ਸੈਕਟਰਾਂ ਦੇ ਵਿੱਚ ATM, ਹਸਪਤਾਲ, ਵੈਟਰਨਰੀ ਹਸਪਤਾਲ ਤੇ ਹੋਰ ਮੈਡੀਕਲ ਦੁਕਾਨਾਂ, ਮੈਨੂਫੈਕਚਰਿੰਗ ਤੇ ਡਿਸਟ੍ਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਫਾਰਮੇਸੀਆਂ, ਕੈਮਿਸਟ, ਨਰਸਿੰਗ ਹੋਮ, ਐਂਬੂਲੈਂਸਾਂ ਇਹ ਆਮ ਵਾਂਗ ਚੱਲਦੀਆਂ ਰਹਿਣਗੀਆਂ। ਰੈਸਟੋਰੈਂਟ, ਹੋਟਲ ਜਾਂ ਫਿਰ ਜਿੰਨੇ ਵੀ ਫੂਡ ਜੁਆਇੰਟ ਹੈਗੇ ਨੇ ਉਹ ਸਿਰਫ ਹੋਮ ਡਿਲੀਵਰੀ ਲਈ ਰਾਤ ਨੂੰ 9 ਵਜੇ ਤੱਕ ਖੁੱਲੇ ਰਹਿਣਗੇ। ਹੋਟਲਾਂ ਦੇ ਕਰਮਚਾਰੀਆਂ ਦੇ ਕੋਲ ਪਛਾਣ ਪੱਤਰ ਹੋਣਾ ਲਾਜ਼ਮੀ ਹੈ। ਯਾਤਰੀਆਂ ਨੂੰ 에ਅਰਪੋਰਟ ਜਾਂ ਰੇਲਵੇ ਸਟੇਸ਼ਨਾਂ ਤੇ ਆਉਣ ਜਾਣ ਦੀ ਵੀ ਕੋਈ ਮਨਾਹੀ ਨਹੀਂ ਹੋਏਗੀ। ਵੀਕਐਂਡ ਲਾਕਡਾਊਨ ਦੇ ਵਿੱਚ ਵਿਆਹ ਵਾਲੇ ਪ੍ਰੋਗਰਾਮਾਂ ਦੇ ਵਿੱਚ ਸਿਰਫ 50 ਲੋਕ ਹੀ ਸ਼ਾਮਿਲ ਹੋ ਸਕਦੇ ਨੇ। ਜਿਨ੍ਹਾਂ ਵਿਦਿਆਰਥੀਆਂ ਦੇ ਇਮਤਿਹਾਨ ਹੋਣਗੇ ਉਹ ਆਪਣੇ ਪਛਾਣ ਪੱਤਰ ਦੇ ਨਾਲ ਸਫ਼ਰ ਕਰ ਸਕਦੇ ਨੇ। ਚੰਡੀਗੜ੍ਹ ਤੋਂ ਬਾਅਦ ਹੁਣ ਹੁਸ਼ਿਆਰਪੁਰ ਦੀ ਗੱਲ ਵੀ ਤੁਹਾਨੂੰ ਦੱਸ ਦਿੰਦੇ ਹਾਂ। ਹੁਸ਼ਿਆਰਪੁਰ ਦੇ ਵਿੱਚ DC ਅਪਨੀਤ ਰਿਆਤ ਨੇ ਸਕੂਲ, ਕਾਲਜ ਤੇ ਹੋਰ ਵਿਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ। ਹਾਲਾਂਕਿ ਪੰਜਾਬ ਸਰਕਾਰ ਨੇ 15 ਮਈ ਤੱਕ ਵਿਦਿਅਕ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਹੈ ਪਰ ਹੁਸ਼ਿਆਰਪੁਰ ਦੇ ਵਿੱਚ ਅਗਲੇ ਹੁਕਮਾਂ ਤੱਕ ਇਹ ਵਿਦਿਅਕ ਅਦਾਰੇ ਬੰਦ ਰਹਿਣਗੇ। ਦਿੱਲੀ ਹਾਈ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਰਾਹੀਂ ਕੇਂਦਰ ਅਤੇ ਦਿੱਲੀ ਸਰਕਾਰ ਨੂੰ 2020-21 ਸੈਸ਼ਨ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਵਾਲੇ 10ਵੀਂ ਤੇ 12ਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਕਰੋਨਾ ਦੇ ਟੀਕੇ ਲਾਉਣ ਦਾ ਹੁਕਮ ਦੇਣ ਦੀ ਅਪੀਲ ਕੀਤੀ ਗਈ ਹੈ। ਯਾਨੀ ਕਿ 10ਵੀਂ ਤੇ 12ਵੀਂ ਦੇ ਪੇਪਰ ਦੇਣ ਵਾਲੇ ਸਾਰੇ ਵਿਦਿਆਰਥੀਆਂ ਦੇ ਕਰੋਨਾ ਵੈਕਸੀਨ ਲਾਜ਼ਮੀ ਕੀਤੀ ਜਾਵੇ। ਚੀਫ ਜਸਟਿਸ DN ਪਟੇਲ ਤੇ ਜਸਟਿਸ ਜਸਮੀਤ ਸਿੰਘ ਦੇ ਬੈਂਚ ਨੇ ਸਿੱਖਿਆ ਤੇ ਸਿਹਤ ਮੰਤਰਾਲੇ ਅਤੇ ਦਿੱਲੀ ਸਰਕਾਰ ਨੂੰ ਪਟੀਸ਼ਨ ਤੇ ਨੋਟਿਸ ਜਾਰੀ ਕਰਦਿਆਂ ਉਹਨਾਂ ਨੂੰ ਆਪਣੇ ਵਿਚਾਰ ਦੱਸਣ ਲਈ ਕਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਉਹਨਾਂ ਸਰਕਾਰੀ ਸਕੂਲਾਂ ਵਿੱਚ ਸਟਾਫ ਦੀ ਹਾਜ਼ਰੀ 50% ਕੀਤੀ ਹੈ ਜਿਨ੍ਹਾਂ ਸਕੂਲਾਂ ਦੇ ਵਿੱਚ ਸਟਾਫ ਜਾਂ ਅਧਿਆਪਕਾਂ ਦੀ ਗਿਣਤੀ 10 ਤੋਂ ਵੱਧ ਹੈ। ਯਾਨੀ ਕਿ 10 ਤੋਂ ਘੱਟ ਜਿੱਥੇ ਅਧਿਆਪਕ ਨੇ ਜਿਹੜੇ ਵੀ ਸਕੂਲ ਦੇ ਵਿੱਚ ਉੱਥੇ 50% ਨਹੀਂ, ਉੱਥੇ ਸਾਰੇ ਹੀ ਆਉਣਗੇ ਸਟਾਫ ਦੇ ਮੈਂਬਰ। ਸਿੱਖਿਆ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਕਿ ਕੇਵਲ ਉਹ ਸਰਕਾਰੀ ਸਕੂਲਾਂ ਦੇ ਵਿੱਚ 50% ਸਟਾਫ ਆਏਗਾ। ਯਾਨੀ ਕਿ ਜਿੱਥੇ 10 ਅਧਿਆਪਕ ਨੇ ਉੱਥੇ 5 ਆਉਣਗੇ, ਜਿੱਥੇ 12 ਨੇ ਉੱਥੇ 6 ਆਉਣਗੇ, ਪਰ ਜਿੱਥੇ 9 ਅਧਿਆਪਕ ਨੇ ਉੱਥੇ 9 ਹੀ ਆਉਣਗੇ, ਉੱਥੇ 4.5 ਅਧਿਆਪਕ ਤਾਂ ਆ ਨਹੀਂ ਸਕਦੇ। ਰੇਲਵੇ ਨੇ ਕਈ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਨੇ। ਉੱਤਰੀ ਰੇਲਵੇ ਨੇ ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਐਕਸਪ੍ਰੈਸ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਨੇ। ਰੇਲਵੇ ਨੇ ਇਸ ਫੈਸਲੇ ਦਾ ਕਾਰਨ ਕਰੋਨਾ ਨੂੰ ਦੱਸਿਆ ਹੈ। ਰੇਲਵੇ ਨੇ ਕਿਹਾ ਹੈ ਕਿ ਹਾਲੇ ਤੱਕ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਤਕਰੀਬਨ 2511 ਟਨ ਤਰਲ ਮੈਡੀਕਲ ਆਕਸੀਜਨ ਨਾਲ 161 ਟੈਂਕਰ ਵੀ ਰੇਲਵੇ ਨੇ ਪਹੁੰਚਾਏ ਨੇ। 28 ਰੇਲ ਗੱਡੀਆਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਨੇ, ਯਾਨੀ ਕਿ ਰੱਦ ਕਰ ਦਿੱਤੀਆਂ ਗਈਆਂ ਨੇ।
ਇਹਨਾਂ ਵਿੱਚ ਦਿੱਲੀ ਤੋਂ ਕਾਲਕਾ, ਹਬੀਬਗੰਜ, ਅੰਮ੍ਰਿਤਸਰ, ਚੰਡੀਗੜ੍ਹ ਲਈ ਰਵਾਨਾ ਹੋਣ ਵਾਲੀਆਂ ਸ਼ਤਾਬਦੀ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਨੇ। ਦਿੱਲੀ ਤੋਂ ਚੇਨਈ, ਬਿਲਾਸਪੁਰ ਜਾਣ ਵਾਲੀਆਂ ਰਾਜਧਾਨੀ ਐਕਸਪ੍ਰੈਸ ਵੀ ਰੱਦ ਕਰ ਦਿੱਤੀਆਂ ਗਈਆਂ ਨੇ। ਸੋ ਜਿਹੜੇ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੇ ਲੋਕ ਨੇ ਤੇ ਦਿੱਲੀ ਤੋਂ ਚੰਡੀਗੜ੍ਹ ਆਉਣ ਵਾਲੇ ਲੋਕ ਨੇ ਜਾਂ ਫਿਰ ਕਾਲਕਾ ਹਿਮਾਚਲ ਜਾਣ ਵਾਲੇ ਲੋਕ ਨੇ, ਉਹ ਖਾਸ ਧਿਆਨ ਦੇਣ ਕਿ ਇਹ ਸ਼ਤਾਬਦੀ ਹੈ ਜਿਹੜੀ ਚੰਡੀਗੜ੍ਹ ਤੋਂ ਦਿੱਲੀ ਤੱਕ 2-3 ਸ਼ਤਾਬਦੀਆਂ ਚੱਲਦੀਆਂ ਨੇ, ਸਵੇਰੇ ਸ਼ਾਮ, ਇਹ ਸਾਰੀਆਂ ਰੱਦ ਨੇ। ਹੁਣ ਤੁਹਾਨੂੰ ਇਹਨਾਂ ਦੀ ਬੁਕਿੰਗ ਕਰਨ ਦੀ ਲੋੜ ਨਹੀਂ ਹੈ, ਅਗਲੇ ਹੁਕਮਾਂ ਤੱਕ ਰੱਦ ਨੇ। ਆਸਟ੍ਰੇਲੀਆ ਨੇ ਭਾਰਤ ਵਿੱਚ ਫਸੇ ਆਪਣੇ ਨਾਗਰਿਕਾਂ ਲਈ ਰਾਹਤ ਭਰਿਆ ਐਲਾਨ ਕਰ ਦਿੱਤਾ ਹੈ। ਅਗਲੇ ਸ਼ਨੀਚਰਵਾਰ ਯਾਨੀ ਕਿ 15 ਮਈ ਤੋਂ ਭਾਰਤ ਤੋਂ ਆਸਟ੍ਰੇਲੀਆ ਦੇ ਆਪਣੇ ਨਾਗਰਿਕ ਮੁਲਕ ਪਰਤ ਸਕਣਗੇ। ਉਹਨਾਂ ਦੇ ਮੁਲਕ ਪਰਤਣ ਤੇ ਲੱਗੀ ਰੋਕ ਹਟ ਜਾਏਗੀ। 15 ਮਈ ਨੂੰ ਡਾਰਵਿਨ ਸ਼ਹਿਰ ਦੇ ਵਿੱਚ ਨਾਗਰਿਕਾਂ ਨੂੰ ਦੇਸ਼ ਵਾਪਸ ਲੈ ਕੇ ਆਉਣ ਵਾਲਾ ਪਹਿਲਾ ਜਹਾਜ਼ ਪਹੁੰਚੇਗਾ। ਆਸਟ੍ਰੇਲੀਆ ਹੁਣ 15 ਤੋਂ 31 ਮਈ ਤੱਕ ਆਪਣੇ ਨਾਗਰਿਕਾਂ ਨੂੰ ਵਾਪਸ ਆਸਟ੍ਰੇਲੀਆ ਭਾਰਤ ਤੋਂ ਲਿਜਾਣ ਦੇ ਲਈ 3 ਹਵਾਈ ਜਹਾਜ਼ ਭੇਜੇਗਾ। ਤੇ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਇਆ ਜਦੋਂ ਆਸਟ੍ਰੇਲੀਆ ਦੀ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਦੇ ਕਿਸੇ ਦੂਸਰੇ ਮੁਲਕ ਚੋਂ ਵਾਪਸ ਆਪਣੇ ਮੁਲਕ ਤੇ ਆਉਣ ਤੇ ਪਾਬੰਦੀ ਲਾਈ ਹੋਵੇ। ਵਾਪਸ ਜਦੋਂ ਇਹ ਜਾਣਗੇ ਸਾਰੇ ਆਸਟ੍ਰੇਲੀਆ ਦੇ ਨਾਗਰਿਕ, ਜਿਨ੍ਹਾਂ ਦੀ ਗਿਣਤੀ ਕਰੀਬ 9000 ਬਣਦੀ ਹੈ, ਉਹਨਾਂ ਨੂੰ ਇਕਾਂਤਵਾਸ ਦੇ ਵਿੱਚ ਰੱਖਿਆ ਜਾਵੇਗਾ। ਵਾਪਸ ਪਹੁੰਚਣ ਵਾਲਿਆਂ ਨੂੰ ਉੱਤਰੀ ਭਾਗ ਦੇ ਵਿੱਚ ਸਥਿਤ ਹੋਵਰਡ ਸਪ੍ਰਿੰਗ ਇਕਾਂਤਵਾਸ ਕੇਂਦਰ ਦੇ ਵਿੱਚ ਰੱਖਿਆ ਜਾਏਗਾ, ਜਿੱਥੇ ਅਗਲੇ ਹਫ਼ਤੇ ਤੱਕ ਬੈੱਡਾਂ ਦੀ ਗਿਣਤੀ ਵੀ 2000 ਕਰ ਦਿੱਤੀ ਜਾਏਗੀ। ਆਸਟ੍ਰੇਲੀਆ ਆਪਣੇ ਲੋਕਾਂ ਤੇ ਜਿਹੜਾ ਟਰੈਵਲ ਬੈਨ ਲਾਇਆ ਹੈ, ਉਸ ਦੇ ਲਈ ਦਲੀਲ ਦੇ ਰਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਦੇ ਵਿੱਚ ਕੋਰੋਨਾ ਵਾਇਰਸ ਬਹੁਤ ਫੈਲਿਆ ਹੋਇਆ ਹੈ, ਇਸ ਕਰਕੇ ਅਸੀਂ ਇਹ ਪਾਬੰਦੀ ਲਾਈ ਸੀ, ਪਰ ਹੁਣ ਅਸੀਂ ਆਪਣਾ ਇਕਾਂਤਵਾਸ ਦਾ ਪ੍ਰਬੰਧ ਹੈ ਜਿਹੜਾ ਉਹ ਮੁਕੰਮਲ ਕਰ ਲਿਆ। ਹੁਣ ਸਾਡੇ ਜਿਹੜੇ ਨਾਗਰਿਕ ਨੇ, ਇਕੱਲੇ ਜਿਹੜੇ ਸਿਟੀਜ਼ਨ ਹੈਗੇ ਨੇ ਆਸਟ੍ਰੇਲੀਆ ਦੇ, ਉਹ ਵਾਪਸ ਜਾ ਸਕਣਗੇ। ਸਿੰਗਾਪੁਰ ਤੋਂ ਖਬਰ ਹੈ, ਜਿੱਥੇ 41 ਸਾਲਾ ਭਾਰਤੀ ਮੂਲ ਦੀ ਪੰਜਾਬਣ ਨੂੰ ਘਰ ਤੋਂ ਬਾਹਰ ਮਾਸਕ ਨਾ ਲਾਉਣ ਕਰਕੇ 2 ਹਫ਼ਤਿਆਂ ਦੀ ਕੈਦ ਤੇ $2000 ਦੀ ਸਜ਼ਾ ਸੁਣਾਈ ਗਈ ਹੈ। ਪਰਮਜੀਤ ਕੌਰ ਨੇ ਆਪਣੀ ਰਿਹਾਇਸ਼ ਤੋਂ ਬਾਹਰ ਨੱਕ ਤੇ ਮੂੰਹ ਮਾਸਕ ਨਾਲ ਨਹੀਂ ਢਕੇ ਹੋਏ ਸੀ, ਜਿਸ ਤੋਂ ਬਾਅਦ ਸਿੰਗਾਪੁਰ ਦੀ ਪੁਲਿਸ ਨੇ ਇਹ ਜੁਰਮਾਨਾ ਲਾਇਆ ਹੈ, ਸਜ਼ਾ ਸੁਣਾਈ ਹੈ। ਅਮਰੀਕਾ ਨੇ ਭਾਰਤ ਨੂੰ ਮੁੜ ਲੋਕਡਾਊਨ ਲਾਉਣ ਦੀ ਸਲਾਹ ਦਿੱਤੀ ਹੈ ਤੇ ਉਹ ਵੀ ਮੁਕੰਮਲ ਲੋਕਡਾਊਨ। ਅਮਰੀਕਾ ਦੇ ਸਿਹਤ ਮਾਹਿਰ ਡਾਕਟਰ ਐਂਥਨੀ ਫਾਊਚੀ ਨੇ ਭਾਰਤ ਦੇ ਹਾਲਾਤ ਨੂੰ ਬਹੁਤ ਨਿਰਾਸ਼ਾਜਨਕ ਦੱਸਿਆ ਹੈ। ਫਾਊਚੀ ਨੇ ਭਾਰਤ ਸਰਕਾਰ ਨੂੰ ਪ੍ਰੋਪਰ ਲੋਕਡਾਊਨ ਕਰਨ ਦੀ ਸਲਾਹ ਦਿੱਤੀ ਹੈ ਅਤੇ ਭਾਰਤ ਵਿੱਚ ਤੁਰੰਤ ਅਸਥਾਈ ਫੀਲਡ ਹਸਪਤਾਲ ਬਣਾਉਣ ਲਈ ਫੌਜੀ ਬਲਾਂ ਸਮੇਤ ਸਾਰੇ ਸਰੋਤਾਂ ਦਾ ਇਸਤੇਮਾਲ ਕਰਨ ਦੀ ਵੀ ਸਲਾਹ ਦਿੱਤੀ ਹੈ। ਫਾਊਚੀ ਨੇ ਹੋਰ ਦੇਸ਼ਾਂ ਨੂੰ ਵੀ ਅਪੀਲ ਕੀਤੀ ਹੈ ਕਿ ਭਾਰਤ ਦੀ ਮਦਦ ਲਈ ਸਿਰਫ ਸਮੱਗਰੀ ਨਹੀਂ ਬਲਕਿ ਸਿਹਤ ਕਰਮੀ ਵੀ ਮੁਹੱਈਆ ਕਰਵਾਉਣ। ਡਾਕਟਰ ਫਾਊਚੀ ਨੇ ਸਲਾਹ ਉਸ ਵਕਤ ਦਿੱਤੀ ਹੈ ਜਦੋਂ ਭਾਰਤ ਵਿੱਚ ਕੋਵਿਡ-19 ਦੇ ਮਾਮਲੇ 2 ਕਰੋੜ ਦੀ ਗਿਣਤੀ ਪਾਰ ਕਰ ਗਏ ਨੇ ਤੇ ਸਿਰਫ 15 ਦਿਨਾਂ ਦੇ ਵਿੱਚ ਕਰੋਨਾ ਦੇ 50 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ। ਡਾਕਟਰ ਫਾਊਚੀ ਨੇ ਕਿਹਾ ਕਿ ਭਾਰਤ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਕਾਰਨ ਬਹੁਤ ਦਬਾਅ ਦੇ ਵਿੱਚ ਹੈ। ਅਜਿਹੇ ਵਿੱਚ ਬਾਕੀ ਦੇਸ਼ਾਂ ਨੂੰ ਅਮਰੀਕਾ ਵਾਂਗੂ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਨੇ ਭਾਰਤ ਨੂੰ ਆਪਣੀ ਫੌਜ ਦੀ ਮਦਦ ਨਾਲ ਉਸੇ ਤਰ੍ਹਾਂ ਫੀਲਡ ਹਸਪਤਾਲ ਬਣਾਉਣ ਦੀ ਸਲਾਹ ਦਿੱਤੀ ਹੈ ਜਿਵੇਂ ਕਿ ਯੁੱਧ ਦੌਰਾਨ ਬਣਾਏ ਜਾਂਦੇ ਨੇ, ਤਾਂ ਕਿ ਉਹਨਾਂ ਲੋਕਾਂ ਨੂੰ ਹਸਪਤਾਲ ਦੇ ਵਿੱਚ ਬਿਸਤਰਾ ਮਿਲ ਸਕੇ ਜੋ ਬਿਮਾਰ ਨੇ ਤੇ ਜਿਨ੍ਹਾਂ ਨੂੰ ਦਾਖਲ ਕੀਤੇ ਜਾਣ ਦੀ ਲੋੜ ਹੈ। ਫਾਊਚੀ ਨੇ ਕਿਹਾ ਕਿ ਮੈਨੂੰ ਪਤਾ ਹੈ ਭਾਰਤ ਪਹਿਲਾਂ ਹੀ ਕਈ ਕਦਮ ਚੁੱਕ ਰਿਹਾ ਹੈ, ਤਾਂ ਮੈਂ ਤੁਹਾਨੂੰ ਅਜਿਹਾ ਕੁਝ ਨਹੀਂ ਦੱਸ ਰਿਹਾ ਜੋ ਤੁਸੀਂ ਪਹਿਲਾਂ ਤੋਂ ਨਹੀਂ ਕਰ ਰਹੇ। ਮੈਂ ਤਾਂ ਸਿਰਫ ਸੁਝਾਅ ਦੇ ਰਿਹਾ ਕਿ ਜਿਹੜਾ ਲੋਕਡਾਊਨ ਤੁਸੀਂ ਲਾ ਰਹੇ ਹੋ, ਅੰਸ਼ਿਕ ਲੋਕਡਾਊਨ ਜਾਂ ਫਿਰ ਮਿਨੀ ਲੋਕਡਾਊਨ, ਉਹਦੀ ਥਾਂ ਤੇ ਪੂਰੇ ਭਾਰਤ ਦੇ ਵਿੱਚ ਮੁਕੰਮਲ ਲੋਕਡਾਊਨ ਲਾ ਦਿੱਤਾ ਜਾਵੇ ਤਾਂ 10 ਕੁ ਦਿਨਾਂ ਦੇ ਵਿੱਚ ਹੀ ਹਾਲਾਤ ਕਾਬੂ ਦੇ ਵਿੱਚ ਆ ਜਾਣਗੇ। ਭਾਰਤ ਦੇ ਵਿੱਚ ਜਦੋਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਆਈ ਹੈ ਤਾਂ ਇਹੀ ਮੰਨਿਆ ਜਾ ਰਿਹਾ ਸੀ ਕਿ ਯੂਕੇ ਦਾ ਵੇਰੀਐਂਟ ਹੈ ਜਿਹੜਾ ਉਹ ਭਾਰਤ ਦੇ ਵਿੱਚ ਫੈਲ ਰਿਹਾ ਹੈ, ਪਰ ਹੁਣ ਭਾਰਤ ਨੇ ਪਹਿਲੀ ਵਾਰੀ ਮੰਨਿਆ ਹੈ ਕਿ ਸਥਾਨਕ ਮਿਊਟੈਂਟ ਹੈ ਜਿਹੜਾ ਉਹ ਹੀ ਦੂਸਰੀ ਲਹਿਰ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੋ ਸਕਦਾ ਹੈ। ਕਈ ਸੂਬਿਆਂ ਦੇ ਵਿੱਚ ਜਿੱਥੇ ਕਰੋਨਾ ਦੇ ਮਾਮਲਿਆਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਉੱਥੋਂ ਲਏ ਗਏ ਨਮੂਨਿਆਂ ਦੇ ਵਿੱਚ ਡਬਲ ਮਿਊਟੈਂਟ ਜਾਂ ਫਿਰ B1617 ਪਾਇਆ ਗਿਆ। ਇਹ ਗੱਲ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਦੇ ਇੱਕ ਅਧਿਕਾਰੀ ਨੇ ਕਹੀ ਹੈ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਹੁਣ ਤੱਕ ਵਾਧੇ ਮਾਮਲਿਆਂ ਵਿੱਚ ਨਵੇਂ ਮਿਊਟੈਂਟ ਦੇ ਸਹਿ ਸੰਬੰਧ ਨੂੰ ਪੂਰੀ ਤਰ੍ਹਾਂ ਸਥਾਪਿਤ ਨਹੀਂ ਕੀਤਾ ਜਾ ਸਕਿਆ। ਅਸਲ ਦੇ ਵਿੱਚ ਡਬਲ ਮਿਊਟੈਂਟ ਉਹ ਹੁੰਦਾ ਹੈ ਜੋ ਜਦੋਂ ਇੱਕ ਵਾਇਰਸ ਦੇ ਵਿੱਚ 2 ਮਿਊਟੈਂਟ, 2 ਤਰ੍ਹਾਂ ਦੇ ਮਿਊਟੈਂਟ ਸ਼ਾਮਿਲ ਹੋ ਜਾਂਦੇ ਨੇ, ਮਤਲਬ ਇਸ ਦੇ 2 ਰੂਪ ਸਾਹਮਣੇ ਆਉਂਦੇ ਨੇ। 8 ਸੂਬਿਆਂ ਤੋਂ ਲਏ ਗਏ ਕਰੀਬ 13000 ਨਮੂਨਿਆਂ ਦੀ ਸੀਕੁਐਂਸਿੰਗ ਕਰਨ ਤੇ 3500 ਤੋਂ ਵੱਧ ਨਮੂਨਿਆਂ ਦੇ ਵਿੱਚ ਪਰੇਸ਼ਾਨ ਕਰਨ ਵਾਲੇ ਮਿਊਟੈਂਟ ਵਾਇਰਸ ਪਾਏ ਗਏ ਨੇ, ਜਿਸ ਦੇ ਵਿੱਚ B1617 ਵੀ ਸ਼ਾਮਿਲ ਹੈ। ਤੇ ਇਹ ਮਿਊਟੈਂਟ ਜਿਹੜਾ ਹੈਗਾ ਉਹ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਛੱਤੀਸਗੜ੍ਹ ਵਰਗੇ ਸੂਬਿਆਂ ਚੋਂ ਲਏ
ਲਏ ਗਏ ਨਮੂਨਿਆਂ ਦੇ ਵਿੱਚ ਪਾਏ ਗਏ ਨੇ ਤੇ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਹੀ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਨੇ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਨੂੰ ਪੂਰੇ ਦੇਸ਼ ਦੇ ਵਿੱਚ ਪ੍ਰਭਾਵੀ ਟੀਕਾਕਰਨ ਅਤੇ ਕਰੋਨਾ ਦੇ ਕੇਸਾਂ ਨੂੰ ਰੋਕਣ ਦੇ ਲਈ ਵਿਗਿਆਨਕ ਢੰਗ ਅਪਣਾਉਣ ਦੀ ਮੰਗ ਕੀਤੀ ਹੈ। ਭਾਰਤ ਵਿੱਚ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਨੇ ਤੇ ਇੱਕ ਹਫ਼ਤੇ ਦੇ ਵਿੱਚ 15 ਲੱਖ ਨਵੇਂ ਮਾਮਲੇ ਸਾਹਮਣੇ ਆਏ ਨੇ। 15 ਲੱਖ ਨਵੇਂ ਮਾਮਲੇ ਇੱਕ ਹਫ਼ਤੇ ਦੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਤਿੱਖਾ ਹਮਲਾ ਬੋਲਿਆ ਹੈ। ਚਿੱਠੀ ਲਿਖੀ ਹੈ ਮੋਦੀ ਨੂੰ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਕੋਲ ਕੋਵਿਡ ਦੇ ਨਾਲ ਨਿਪਟਣ ਅਤੇ ਟੀਕਾਕਰਨ ਦੀ ਨੀਤੀ ਦੀ ਬਹੁਤ ਵੱਡੀ ਘਾਟ ਹੈ। ਜਦੋਂ ਵਾਇਰਸ ਦੇਸ਼ ਦੇ ਵਿੱਚ ਪੈਰ ਪਸਾਰ ਰਿਹਾ ਸੀ, ਉਦੋਂ ਵਾਇਰਸ ਤੇ ਜਿੱਤ ਪਾ ਲੈਣ ਦਾ ਐਲਾਨ ਜਿਹੜਾ ਤੁਸੀਂ ਜਲਦਬਾਜ਼ੀ ਦੇ ਵਿੱਚ ਕੀਤਾ ਹੈ, ਉਸ ਨੇ ਹੀ ਅੱਜ ਭਾਰਤ ਨੂੰ ਇਸ ਹਾਲਾਤ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਕੁੰਭ ਦਾ ਆਯੋਜਨ ਕੀਤਾ ਜਾਣਾ, ਪੱਛਮੀ ਬੰਗਾਲ ਦੇ ਵਿੱਚ ਵੱਡੀਆਂ ਰੈਲੀਆਂ ਕਰਨੀਆਂ, ਉਹਨਾਂ ਦੇ ਨਾਲ ਦੇਸ਼ ਦੇ ਵਿੱਚ ਕਰੋਨਾ ਦੀ ਵੱਡੀ ਲਹਿਰ ਹੈ ਜਿਹੜੀ ਉਹ ਖੜੀ ਹੋ ਗਈ ਹੈ ਤੇ ਕੁੰਭ ਦਾ ਮੇਲਾ ਤੇ ਪੱਛਮੀ ਬੰਗਾਲ ਦੀਆਂ ਰੈਲੀਆਂ ਇਸ ਵੱਡੀ ਲਹਿਰ ਦਾ ਸੁਪਰ ਸਪਰੈਡਰ ਨੇ। ਮੋਦੀ ਸਰਕਾਰ ਤੇ ਵਕਤ ਰਹਿੰਦੇ ਕਰੋਨਾ ਨੂੰ ਰੋਕਣ ਦੇ ਲਈ ਜ਼ਰੂਰੀ ਕਦਮ ਨਾ ਚੁੱਕਣ ਦਾ ਰਾਹੁਲ ਨੇ ਇਲਜ਼ਾਮ ਲਾਇਆ। ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਵੇਂ ਡੀਸੀ ਨੇ ਫੈਸਲਾ ਲਿਆ ਹੈ ਸਾਰੇ ਵਿਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ, ਉਵੇਂ ਬਠਿੰਡਾ ਦੇ ਵਿੱਚ ਵੀ ਬਠਿੰਡਾ ਪ੍ਰਸ਼ਾਸਨ ਨੇ ਇੱਕ ਫੈਸਲਾ ਲਿਆ ਹੈ ਕਿ ਇੱਥੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਾਰੀਆਂ ਦੁਕਾਨਾਂ ਖੁੱਲਣਗੀਆਂ। ਇਸ ਫੈਸਲੇ ਦੇ ਨਾਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਹਿਮਤ ਹਨ, ਕਿਉਂਕਿ ਦੁਕਾਨਦਾਰ ਤੇ ਹੋਰ ਵਪਾਰੀਆਂ ਨੂੰ ਸਮੱਸਿਆਵਾਂ ਆ ਰਹੀਆਂ ਸੀ। ਉਹਨਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਤਾਂ ਹੁਣ ਫੈਸਲਾ ਹੋਇਆ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਰੀਆਂ ਦੁਕਾਨਾਂ ਖੋਲੀਆਂ ਜਾਣਗੀਆਂ। ਯਾਨੀ ਕਿ ਜਿਵੇਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕੁਝ ਕੈਟਾਗਰੀਜ਼ ਦੀਆਂ ਦੁਕਾਨਾਂ ਖੁੱਲਣਗੀਆਂ, ਪਰ ਬਠਿੰਡੇ ਦੇ ਵਿੱਚ ਸਾਰੀਆਂ ਦੁਕਾਨਾਂ ਖੁੱਲਣਗੀਆਂ। ਸਬਜ਼ੀ ਮੰਡੀ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਖੁੱਲੇਗੀ। ਦੁੱਧ ਦਾ ਕਾਰੋਬਾਰ ਸ਼ਾਮ ਤੱਕ ਹੀ ਚੱਲਦਾ ਰਹੇਗਾ। ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਸਖਤ ਕਰਫਿਊ ਲੱਗੇਗਾ ਬਠਿੰਡਾ ਸ਼ਹਿਰ ਦੇ ਵਿੱਚ ਤੇ ਸਾਰੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਕੱਲ੍ਹ ਆਪਾਂ ਖਬਰ ਪੜ੍ਹੀ ਸੀ ਕਿ ਸੂਬੇ ਦੇ ਵਿੱਚ ਮਾਨਸਾ ਤੇ ਮੁਕਤਸਰ ਤੇ ਬਠਿੰਡਾ ਜ਼ਿਲ੍ਹੇ ਦੇ 4 ਡਾਕਟਰਾਂ ਨੇ ਸਰਕਾਰੀ ਡਾਕਟਰਾਂ ਨੇ ਅਸਤੀਫੇ ਦੇ ਦਿੱਤੇ ਨੇ ਕੰਮ ਦੇ ਦਬਾਅ ਕਾਰਨ। ਹੁਣ ਮਾਨਸਾ ਤੋਂ ਖਬਰ ਆ ਰਹੀ ਹੈ ਕਿ ਸਿਵਲ ਹਸਪਤਾਲ ਮਾਨਸਾ ਦੇ ਕਾਰਜਕਾਰੀ ਐਸਐਮਓ ਡਾਕਟਰ ਸੁਸ਼ਾਂਤ ਸੂਦ ਨੇ ਹੁਣ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸਾਰੇ ਡਾਕਟਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਅਸਤੀਫੇ ਨਾ ਦੇਣ। ਜੇ ਕੋਈ ਸਮੱਸਿਆ ਹੈ ਤਾਂ ਮੇਰੇ ਨਾਲ ਸਿੱਧਾ ਆ ਕੇ ਗੱਲ ਕਰਨ। ਤਾਂ ਮਾਨਸਾ ਦੇ ਐਸਐਮਓ ਨੇ ਹੁਣ ਅਸਤੀਫਾ ਆਪਣਾ ਵਾਪਸ ਲੈ ਲਿਆ, ਕਿਹਾ ਕਿ ਮੈਂ ਲੋਕਾਂ ਦੀ ਸੇਵਾ ਕਰਦਾ ਰਹਾਂਗਾ। ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਬਦਾਮ ਦੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ। ਅੰਮ੍ਰਿਤਸਰ ਦੇ ਝਬਾਲ ਰੋਡ ਉੱਤੇ ਕਾਗਜ਼ੀ ਬਦਾਮ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਜ਼ਬਰਦਸਤ ਅੱਗ ਲੱਗੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬਹੁਤ ਹੀ ਮੁਸ਼ਕਿਲ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ। ਫੈਕਟਰੀ ਦੀ ਛੱਤ ਡਿੱਗ ਪਈ ਤੇ ਫੈਕਟਰੀ ਰਿਹਾਇਸ਼ੀ ਇਲਾਕੇ ਕੋਲ ਉਸਰੀ ਹੋਈ ਸੀ। ਨੇੜੇ ਦੇ ਲੋਕਾਂ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ। ਅੱਗ ਦਾ ਧੂਆਂ ਤੇ ਅੱਗ ਦੀਆਂ ਲਪਟਾਂ ਬਹੁਤ ਦੂਰ ਦੂਰ ਤੱਕ ਫੈਲੀਆਂ ਹੋਈਆਂ ਸੀ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ, ਪਰ ਮਾਲੀ ਨੁਕਸਾਨ ਹੈ ਜਿਹੜਾ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਮੰਨਿਆ ਜਾ ਰਿਹਾ ਹੈ। ਮੁਲਕ ਦੇ ਵਿੱਚ ਕਰੋਨਾ ਜਿਵੇਂ-ਜਿਵੇਂ ਵੱਧ ਰਿਹਾ ਹੈ, ਰੁਜ਼ਗਾਰ ਘਟ ਰਿਹਾ ਹੈ, ਪਰ ਮਹਿੰਗਾਈ ਵੀ ਲਗਾਤਾਰ ਵੱਧ ਰਹੀ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਪੈਟਰੋਲ ਦਾ ਭਾਅ 100 ਦਾ ਅੰਕੜਾ ਪਾਰ ਕਰ ਗਿਆ। ਪੈਟਰੋਲ 102 ਰੁਪਏ ਪ੍ਰਤੀ ਲੀਟਰ ਹੋ ਗਿਆ, ਜਦੋਂ ਕਿ 5 ਸੂਬਿਆਂ ਦੇ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰੀ ਤੇਲ ਕੰਪਨੀਆਂ ਨੇ ਭੇਦ ਭਰੇ ਤਰੀਕੇ ਦੇ ਨਾਲ ਇਹਨਾਂ ਕੀਮਤਾਂ ਦੇ ਉੱਤੇ ਠੱਲ ਪਾ ਕੇ ਰੱਖੀ। ਜਿਵੇਂ ਹੀ 5 ਸੂਬਿਆਂ ਦੇ ਵਿੱਚ ਨਵੀਆਂ ਸਰਕਾਰਾਂ ਬਣ ਗਈਆਂ, ਪੈਟਰੋਲ ਤੇ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਵਧਣ ਦੀਆਂ ਖਬਰਾਂ ਰੋਜ਼ਾਨਾ ਆਉਣ ਲੱਗੀਆਂ ਨੇ ਤੇ ਹੁਣ ਪੈਟਰੋਲ ਦੇ ਵਿੱਚ 29 ਪੈਸੇ ਤੇ ਡੀਜ਼ਲ ਦੇ ਵਿੱਚ 31 ਪੈਸੇ ਪ੍ਰਤੀ ਲੀਟਰ ਹੋਰ ਵਾਧਾ ਕਰ ਦਿੱਤਾ ਗਿਆ ਤੇ ਸ਼੍ਰੀ ਗੰਗਾਨਗਰ ਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਅੰਕੜਾ 100 ਰੁਪਏ ਨੂੰ ਪਾਰ ਕਰ ਗਿਆ। ਫਰੀਦਕੋਟ ਤੋਂ ਖਬਰ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਦੇ ਮੂਹਰੇ ਧਰਨਾ ਦੇ ਕੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸੂਬਾਈ ਮਹਿਲਾ ਲੀਡਰ ਅਨਮੋਲ ਗਗਨ ਮਾਨ ਦੇ ਖਿਲਾਫ ਫੇਸਬੁੱਕ ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਐਮਸੀ ਦੇ ਖਿਲਾਫ ਪੁਲਿਸ ਕਾਰਵਾਈ ਨਹੀਂ ਕਰ ਰਹੀ। ਆਪ ਲੀਡਰ ਬੇਅੰਤ ਕੌਰ, ਅਜੀਤ ਕੌਰ ਤੇ ਨੀਤੂ ਕਪੂਰ ਨੇ ਕਿਹਾ ਕਿ ਫਰੀਦਕੋਟ ਦੇ ਕਾਂਗਰਸੀ ਐਮਸੀ ਨੇ ਕੁਝ ਦਿਨ ਪਹਿਲਾਂ ਅਨਮੋਲ ਗਗਨ ਮਾਨ ਦੇ ਖਿਲਾਫ ਫੇਸਬੁੱਕ ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ ਤੇ ਇਸ ਖਿਲਾਫ ਫਰੀਦਕੋਟ ਦੀ ਮਹਿਲਾ ਇਕਾਈ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ। ਉਹਨਾਂ ਦੋਸ਼ ਲਾਇਆ ਕਿ ਪੁਲਿਸ ਹਾਕਮ ਧਿਰ ਦੇ ਐਮਸੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਕਹਿ ਰਹੇ ਨੇ ਕਿ ਇਸ ਮਾਮਲੇ ਦੀ ਕ੍ਰਾਈਮ ਬ੍ਰਾਂਚ ਪੜਤਾਲ ਕਰ ਰਹੀ ਹੈ ਤੇ ਜਲਦ ਹੀ ਪੜਤਾਲ ਮੁਕੰਮਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ 10 ਦਿਨਾਂ ਦੇ ਵਿੱਚ
ਕਾਰਵਾਈ ਹੈ ਜਿਹੜੀ ਕੀਤੀ ਜਾਏਗੀ। ਉਸ ਤੋਂ ਬਾਅਦ ਇਹਨਾਂ ਜਿਹੜੀਆਂ ਮਹਿਲਾ ਵਿੰਗ ਦੀਆਂ ਕਾਰਕੁਨਾਂ ਨੇ ਧਰਨਾ ਤਾਂ ਚੱਕ ਦਿੱਤਾ, ਪਰ ਕਿਹਾ ਕਿ ਜੇ 10 ਦਿਨ ਤੱਕ ਵੀ ਕੋਈ ਕਾਰਵਾਈ ਨਾ ਹੋਈ ਤਾਂ ਅਸੀਂ ਪੁਲਿਸ ਮੁਖੀ ਦੇ ਘਰ ਮੂਹਰੇ ਧਰਨਾ ਲਾ ਦੇਵਾਂਗੇ। ਪਿਛਲੇ ਦਿਨੀ ਦਿੱਲੀ ਦੀ ਤਿਹਾੜ ਜੇਲ੍ਹ ਚੋਂ ਰਿਹਾ ਹੋਏ ਅਦਾਕਾਰ ਦੀਪ ਸਿੱਧੂ ਨੇ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਦੀਪ ਸਿੱਧੂ ਦੀ ਮਦਦ ਕੀਤੀ। ਦੀਪ ਸਿੱਧੂ ਨੇ ਕਿਹਾ ਕਿ ਮੈਂ ਉਹਨਾਂ ਸਾਰੇ ਲੋਕਾਂ ਦੀਆਂ ਅਰਦਾਸਾਂ ਤੇ ਸਹਿਯੋਗ ਕਰਕੇ ਹੀ ਜੇਲ੍ਹ ਚੋਂ ਬਾਹਰ ਆਇਆ ਹਾਂ। ਮੇਰਾ ਉਹਨਾਂ ਸਾਰੇ ਲੋਕਾਂ ਨੂੰ ਮਿਲਣ ਨੂੰ ਜੀ ਕਰਦਾ ਹੈ ਜਿਨ੍ਹਾਂ ਨੇ ਮੈਨੂੰ ਸਹਿਯੋਗ ਦਿੱਤਾ, ਔਖੇ ਸਮੇਂ ਮੇਰੀ ਬਾਹ ਫੜੀ, ਪਰ ਇਸ ਸਮੇਂ ਕਰੋਨਾ ਮਹਾਮਾਰੀ ਕਰਕੇ ਮੈਂ ਉਹਨਾਂ ਸਭ ਨੂੰ ਮਿਲ ਨਹੀਂ ਸਕਿਆ। ਦੀਪ ਸਿੱਧੂ ਨੇ ਕਿਹਾ ਕਿ ਇੱਕ ਪਾਸੇ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ, ਦੂਸਰੇ ਪਾਸੇ ਕਰੋਨਾ ਮਹਾਮਾਰੀ, ਪਰ ਅਸੀਂ ਦੋਵਾਂ ਦੇ ਨਾਲ ਲੜਨਾ ਹੈ। ਕਿਸਾਨੀ ਸੰਘਰਸ਼ ਨੂੰ ਜਿੱਤਣਾ ਸਾਡਾ ਮਕਸਦ ਹੈ, ਇਸ ਲਈ ਸਾਨੂੰ ਆਪਸ ਦੇ ਵਿੱਚ ਉਲਝਣਾ ਨਹੀਂ ਚਾਹੀਦਾ। ਸਿੱਖ ਧਰਮ ਦੀਆਂ ਰਵਾਇਤਾਂ ਤੇ ਫਲਸਫਾ ਸਭ ਤੋਂ ਨਿਆਰਾ ਹੈ। ਸਭ ਨੇ ਇਸ ਗੱਲ ਨੂੰ ਮੰਨਿਆ ਹੈ ਕਿ ਅਸੀਂ ਉਸ ਸਰਕਾਰ ਦੇ ਖਿਲਾਫ ਲੜ ਰਹੇ ਹਾਂ ਜਿਸ ਨੇ ਕਦੇ ਵੀ ਕਿਸੇ ਦੀ ਮਾੜੀ ਜਿਹੀ ਗੱਲ ਵੀ ਨਹੀਂ ਮੰਨੀ। ਇਸ ਮੌਕੇ ਦੀਪ ਸਿੱਧੂ ਨੇ ਜਿਹੜੀ ਅਹਿਮ ਗੱਲ ਕਹੀ ਉਸ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਹਲੇ ਵੀ ਕਿਸਾਨ ਲੀਡਰ ਦੀਪ ਸਿੱਧੂ ਨੂੰ ਕਿਸਾਨ ਮੋਰਚੇ ਦੇ ਵਿੱਚ ਅਪਣਾਉਣ ਦੇ ਲਈ ਮਨਜ਼ੂਰ ਨਹੀਂ ਕਰ ਰਹੇ। ਦੀਪ ਸਿੱਧੂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਅਸੀਂ ਕਿਤੇ ਨਾ ਕਿਤੇ ਜ਼ਰੂਰ ਗਲਤੀਆਂ ਕਰ ਗਏ ਹੋਵਾਂਗੇ, ਪਰ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਉਹਨਾਂ ਗਲਤੀਆਂ ਨੂੰ ਮਨਜ਼ੂਰ ਕਰਨ। ਉਹਨਾਂ ਗਲਤੀਆਂ ਨੂੰ ਮਨਜ਼ੂਰ ਕਰਕੇ ਅਸੀਂ ਇੱਕ ਦੂਸਰੇ ਨੂੰ ਸਪੇਸ ਦੇਈਏ। ਸਾਨੂੰ ਇੱਕ ਮਕਸਦ ਲਈ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਧੰਨਵਾਦ।